ਧੰਨ ਸਤਿਗੁਰੂ ਜਗਜੀਤ ਸਿੰਘ ਜੀ। ਮੈਂ ਅੱਜ ਸਤਿਗੁਰੂ ਜਗਜੀਤ ਸਿੰਘ ਜੀ ਦੇ ਕਿਰਪਾ ਮੇਰਾ ਦੀਆਂ ਗੱਲਾਂ ਤੁਹਾਨੂੰ ਸੁਣਾਵਾਂਗਾ ਜੀ। 1987 ਦੇ ਵਿੱਚ ਗੁਰਮੁਖ ਸਿੰਘ ਸਚਦੇਵ ਉਹਨਾਂ ਕਿਹਾ ਕਿ ਅਸੀਂ ਗੁਰਦੁਆਰਾ ਸੋਈ ਸੋਖ ਦੇ ਵਿੱਚ ਨਾਮ ਸਿਮਰਨ ਹਰ ਸ਼ੁੱਕਰਵਾਰ ਰੱਖਣਾ ਹੈ, ਅਤੇ ਮੈਂ ਉਹਨਾਂ ਨੂੰ ਨਾ ਕਰ ਦਿੱਤੀ। ਮੈਂ ਕਿਹਾ ਅਸੀਂ ਨਹੀਂ ਜਾਣਾ। ਫਿਰ ਉਸ ਤੋਂ ਬਾਅਦ ਉਹਨਾਂ ਨੇ 2-3 ਵਾਰੀ ਫੋਰਸ ਕੀਤਾ। ਫਿਰ ਮੇਰਾ ਵੀ ਮਨ ਮੰਨ ਗਿਆ। ਜਦੋਂ ਮੈਂ ਜਾਣਾ ਸ਼ੁਰੂ ਹੋਇਆ ਤੇ ਬਹੁਤ ਮਤਲਬ ਕਿ ਆਪਣੇ ਦਿਲ ਨੂੰ ਬਹੁਤ ਸ਼ਾਂਤੀ ਮਿਲੀ। ਕਰਦੇ ਕਰਦੇ ਇਸ ਤਰ੍ਹਾਂ ਫਿਰ ਉਸ ਸਾਲ ਅਸੀਂ ਅਖੀਰ 'ਤੇ ਦਸੰਬਰ ਦੇ ਮਹੀਨੇ 'ਚ ਨਿਊ ਈਅਰ ਦੀ ਛੁੱਟੀਆਂ 'ਚ ਅਸੀਂ ਭੈਣੀ ਸਾਹਿਬ ਗਏ। ਸਾਨੂੰ ਸਤਿਗੁਰੂ ਜੀ ਨੇ ਬਹੁਤ ਪਿਆਰ ਦਿੱਤਾ। ਫਿਰ 1988 ਦੇ ਵਿੱਚ ਸਤਿਗੁਰੂ ਜੀ ਨੇ ਨੌਜਵਾਨ ਇਕੱਠੇ ਕਰਨੇ ਸ਼ੁਰੂ ਕੀਤੇ। ਮੇਰੇ 'ਤੇ ਵੀ ਕਿਰਪਾ ਕੀਤੀ ਸਤਿਗੁਰੂ ਜੀ ਨੇ। ਇੱਕ ਨੌਜਵਾਨ ਨੂੰ ਕਿੱਥੇ ਜਿਹੜਾ ਕੋਈ ਵੀ ਬੈਠਾ ਸੀ, ਸਾਡੇ ਵੱਸ ਦੀ ਕੋਈ ਗੱਲ ਨਹੀਂ ਸੀ। ਅਸੀਂ ਇੱਕ ਉਸ ਟਾਈਮ ਦੀ ਇੱਕ ਪਨੀਰੀ ਜਾਂ ਇੱਕ ਜਨਰੇਸ਼ਨ ਬਿਲਕੁਲ ਗੁਰੂ ਘਰ ਤੋਂ ਦੂਰ ਜਾ ਚੁੱਕੀ ਸੀ, ਅਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ। ਹਰ ਇੱਕ ਨੂੰ ਆਪਣੇ ਕੋਲ ਪਿਆਰ ਦੇ ਕੇ ਬਹੁਤ ਸ਼ਾਂਤੀ ਨਾਲ, ਧੀਰਜ ਨਾਲ ਕਿ ਤੂੰ ਜੇ ਖਾਣਾ ਪੀਣਾ में ਹਫ਼ਤੇ 'ਚ ਇੱਕ ਵਾਰੀ ਛੱਡ ਦੇ, ਮਹੀਨੇ 'ਚ ਇੱਕ ਵਾਰੀ ਛੱਡ ਦੇ, ਕਰਦੇ ਕਰਾਂਦੇ ਉਸ ਟਾਈਮ ਤਕਰੀਬਨ 200 ਨੌਜਵਾਨ ਇਕੱਠੇ ਹੋ ਗਏ। 1989 ਤੱਕ ਸਾਰੇ 200 ਨੌਜਵਾਨ ਇਕੱਠੇ ਹੋ ਗਏ, ਔਰ ਹਰ ਕੋਈ ਨੌਜਵਾਨ ਸੇਵਾ ਕਰਨ ਵਿੱਚ ਤਤਪਰ ਰਹਿੰਦਾ ਸੀ। ਸਭ ਨੇ ਡਿਊਟੀਆਂ ਵੰਡੀਆਂ ਹੋਈਆਂ ਸਨ। ਇੱਕ 5 ਗਰੁੱਪ ਬਣਾਏ ਗਏ, ਜਿਨ੍ਹਾਂ ਦੇ ਅਲੱਗ-ਅਲੱਗ ਲੀਡਰ ਬਣਾਏ ਗਏ। ਸਾਡੇ ਗਰੁੱਪ ਦੇ ਲੀਡਰ ਧਰਮ ਸਿੰਘ ਚਾਵਲਾ ਸਨ। ਮੇਰੇ ਗਰੁੱਪ ਦੇ ਵਿੱਚ ਅਰਿਨ ਤਿੱਲੂ ਅਤੇ ਰਾਜੀ ਅਤੇ ਕੁੱਕੂ, ਮੈਂ, ਅਸੀਂ 6 ਬੰਦੇ ਸਾਂ। ਹਰ ਟਾਈਮ ਮਤਲਬ ਸਤਿਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਬੁਲਾਉਣਾ, ਬੈਠਣਾ, ਕਮਰੇ 'ਚ ਬੈਠਣ ਦੇਣਾ, ਪਿਆਰ ਕਰਨਾ, ਬਹੁਤ ਇੱਜ਼ਤ ਮਾਣ ਦੇਣਾ। ਸਾਡੇ ਵੀ ਮਨ ਨੂੰ ਬਹੁਤ ਖੁਸ਼ੀ, ਬਹੁਤ ਸ਼ਾਂਤੀ ਪ੍ਰਾਪਤ ਹੁੰਦੀ ਸੀ ਸਤਿਗੁਰੂ ਜੀ ਨਾਲ। ਫਿਰ ਅਸੀਂ ਸਤਿਗੁਰੂ ਜੀ ਕੋਲ ਮਹੀਨੇ ਦੇ ਵਿੱਚ, ਸਾਲ ਦੇ ਵਿੱਚ 4 ਵਾਰੀ 6 ਵਾਰੀ ਜਦੋਂ ਵੀ ਛੁੱਟੀਆਂ ਹੋਣੀਆਂ, ਟਾਈਮ ਕੱਢ ਕੇ 15 ਨੌਜਵਾਨਾਂ ਨੇ, ਕਈ ਵਾਰੀ 20 ਨੌਜਵਾਨਾਂ ਨੇ ਇਸ ਤਰ੍ਹਾਂ ਸਤਿਗੁਰੂ ਜੀ ਕੋਲ ਜਾਂਦੇ ਆਉਂਦੇ ਰਹਿਣਾ। ਸਤਿਗੁਰੂ ਜੀ ਨੇ ਰਾਤ ਤੱਕ, ਜਿੰਨਾ ਤੱਕ ਅਸੀਂ ਭੈਣੀ ਸਾਹਿਬ ਨਹੀਂ ਪਹੁੰਚ ਜਾਣਾ, ਸਤਿਗੁਰੂ ਜੀ ਨੇ ਵੀ ਇੰਤਜ਼ਾਰ ਕਰਨਾ। ਇੱਕ ਵਾਰੀ ਅਸੀਂ 18 ਨੌਜਵਾਨ ਗਏ, ਰਸਤੇ ਡਰਾਈਵਰ ਉਹਨੂੰ ਨੀਂਦਰ ਹੋਣੀ ਸ਼ੁਰੂ ਹੋ ਗਈ। ਬਾਅਦ ਵਿੱਚ ਕੁੱਕੂ ਨੇ ਉਹ ਬੱਸ ਚਲਾਈ, ਅਤੇ ਜਦੋਂ ਅਸੀਂ ਭੈਣੀ ਸਾਹਿਬ ਪਹੁੰਚੇ, ਸਤਿਗੁਰੂ ਜੀ ਆਪਣੀ ਕੋਠੀ ਦੇ ਅੱਗੇ ਟਹਿਲ ਰਹੇ ਸਨ, ਅਤੇ ਸੇਵਕ ਜੀ ਨੇ ਸਾਨੂੰ ਕਿਹਾ ਕਿ ਸਤਿਗੁਰੂ ਜੀ ਤੁਹਾਨੂੰ ਹੀ ਉਡੀਕ ਰਹੇ ਸਨ। ਉਸ ਦਿਨ ਸਤਿਗੁਰੂ ਜੀ ਸਾਰੀ ਰਾਤ ਨਹੀਂ ਬਰਾਜੇ। ਉਹਨਾਂ ਨੂੰ ਬਹੁਤ ਫਿਕਰ ਸੀ, ਸਾਨੂੰ ਆਪਣੇ ਬੱਚਿਆਂ ਵਰਗਾ ਪਿਆਰ ਦਿੱਤਾ। ਬਹੁਤ ਸਤਿਗੁਰੂ ਜੀ ਦੀਆਂ ਮੇਹਰਾਂ ਦੀਆਂ ਬਹੁਤ ਹੀ ਕਥਾ ਕਹਾਣੀਆਂ ਮੇਰੇ ਕੋਲ ਹੈਗੀਆਂ ਨੇ, ਪਰ ਇਸ ਟਾਈਮ 'ਤੇ ਮੈਂ ਤੁਹਾਨੂੰ ਉਹਨੀਆਂ ਸਾਰੀਆਂ ਬਿਆਨ ਨਹੀਂ ਕਰ ਸਕਾਂਗਾ। ਪਰ ਸਤਿਗੁਰੂ ਜੀ ਨੇ ਸਾਨੂੰ ਕੱਖਾਂ ਤੋਂ ਲੱਖਾਂ ਦਾ ਬਣਾ ਦਿੱਤਾ, ਔਰ ਸਾਨੂੰ ਆਪ ਨਹੀਂ ਪਤਾ ਕਿ ਇਹ ਕਿਵੇਂ ਹੋ ਗਿਆ। ਸਭ ਕੁਛ ਉਹਨਾਂ ਦੀਆਂ ਕਿਰਪਾ, ਉਹਨਾਂ ਦੀਆਂ ਹੀ। ਮੈਂ ਪਹਿਲਾਂ ਇੰਪਲੋਈ ਹੁੰਦਾ ਸਾਂ, ਉਸ ਤੋਂ ਬਾਅਦ ਸਤਿਗੁਰੂ ਜੀ ਨੇ ਕਿਰਪਾ ਕੀਤੀ। 1988 ਦੇ ਵਿੱਚ ਮੈਂ ਆਪਣਾ ਕੰਮ ਸ਼ੁਰੂ ਕੀਤਾ। ਉਸ ਤੋਂ ਬਾਅਦ ਸਤਿਗੁਰੂ ਜੀ ਦੀ ਕਿਰਪਾ ਦਾ ਕੋਈ ਹੀ ਲਿਮਿਟ ਨਹੀਂ ਰਹੀ। ਸਤਿਗੁਰੂ ਜੀ ਕਿਰਪਾ ਕਰਦੇ ਹੀ ਗਏ। ਇਹ ਘਰ ਪਰਿਵਾਰ, ਕਾਰੋਬਾਰ, ਸਭ ਕੁਝ ਸਤਿਗੁਰੂ ਜੀ ਦੀਆਂ ਦਿੱਤੀਆਂ ਦਾਤਾਂ ਹੈਗੀਆਂ। ਮੈਂ ਸਤਿਗੁਰੂ ਜੀ ਦੀਆਂ ਕੁਛ ਘਟਨਾਵਾਂ ਆਪ ਜੀ ਨੂੰ ਦੱਸਾਂਗਾ। ਇੱਕ ਵਾਰੀ ਸਾਡਾ ਇੱਕ ਪੁਰਾਣਾ ਘਰ ਛੋਟਾ ਹੁੰਦਾ ਸੀ, ਉੱਥੇ ਅਸੀਂ ਕੰਮ ਚਲੇ ਗਏ ਹੋਏ ਸਾਂ ਸਵੇਰੇ 10 ਵਜੇ। ਉੱਥੇ ਅੱਗ ਲੱਗ ਗਈ, ਮੇਰੇ ਬੱਚੇ ਵੀ ਉੱਥੇ ਸੁੱਤੇ ਹੋਏ ਸਨ, ਅਤੇ
सतगुरु जी ने किरपा की, बच्चों का भी बचाव किया, घर का भी बचाव किया। तो सारे नौजवान दोपहरी आन के जो इकट्ठे होए 12-1 बजे, तो सरदार सिंह चावला साढ़े प्रधान होंगे सन उस टाइम, उन्होंने सतगुरु जी को टैलीफोन किया कि इस तरह सतगुरु जी ने मतलब टैलीफोन फटदे सारी कहते ने मौन दे अग लगे का बचाव हो गया ना, मतलब जानी जान सन सतगुरु जी। उन्होंने किरपा की तो आपे ही सब कुछ ठीक कर दिता। तो सरदार सिंह चावला ने मैनू दसिया कि इस तरह सतगुरु जी ने वचन किया कि अमोन के घर अग लगी सी पर बचाव हो गया है। धन सतगुरु जगजीत सिंह। इस तरह ही एक बारी मैं प्रयोग अपने घर ही शुरू किया सी, ते अपने घर ही रोज़ सवेरे 2:30 बजे उठ के घंटा सवा घंटा नाम सिमरन करता था। जो अखीरला दिन सी प्रयोग का, तो मैं इस तरह माला फेरदा पिया सा। माला फेरते फिरते बत्ती बंद की हुई सी, जोत जगती भी सी सतगुरु जी की फोटो हो गई। तो मैनू ऐ लग रहा सी कि मेरे सामने कुछ चीज़ बैठी हुई है। तो मैं इस तरह माला हाथ फिरते फिरते तो जिवें हाथ थक जाता वे, तो मैं हाथ नूं इंज थोड़ा जिहा उपर किया, तो वो सामने जड़ा जो भी चीज़ बैठी हुई सी वो सप सी। सप ने मैनू इत्थे डंक मारिया। तो उस तो बाद मैं अपने उठिया वा आसन दे विच सप नूं फड़ के वलेट के बन के ते उत्थे ही तर दिता। फिर मैं ऊपर गया वा, अपने घरों नूं उठाया कि इस तरह मैनू सप ने मतलब डंक मारिया। तो मेरे रिश्तेदार उस गली च रहिंदे सन, उन्होंने बुलाओ तो मैनू हस्पताल लै जाओ। फिर उस सप नूं मैं बाहर सुट के आया वा, तो अपने रिश्तेदार के मोटरसाइकिल पर बैठ के श्री राठ हॉस्पिटल गए। और जो सप ने इत्थे डंक मारिया सी, वो उत्थे जाके वो इन्ना फुल गया, हत्थ इन्ना फुल गया कि मेरे को उंगलां भी नहीं इंज होंदियां, पर वो जहर अंदर अगे नहीं गया, उत्थे ही रह गया। उस तो बाद डॉक्टर ने जो भी अपना कुछ करना सी, अखीर ते आन के डॉक्टर ने कहा कि जहर जिथे डंक मारिया सी उत्थे ही रुकिया होया, उस तो अगे नहीं गया। तो उन्हें दवाई शवाई दे के 4-4:30-5 बजे मैनू घर भेजा। तो मैं घर आन के सतगुरु सच्चे पातशाह जी को टैलीफोन किया। सतगुरु जी ने टैलीफोन फटद्या सारे कहते मैनू अमोन पंडित कहते अमोन पंडित सप का दसिया बच गया है ना। मैं कहा आप जी की किरपा कर, मैं अजे कोई अर्ज नहीं सी की। तो पातशाह जी ने अपने बचनों तो ही किरपा कर दी सी। तो इस तरह बड़िया ही घटनावां जिंदगी च उपर नीचे हुई। मैं अपने परिवार को लैके बंगलोर गया, बहुत प्यार दिता सतगुरु जी ने। भैणी साहब अपने परिवार में जो भी लै, एक बारी की घटना हैगी, मैं परिवार समेत अपने भैणी साहब अपने परिवार को लैके गया। तो असी दर्शन करने वास्ते सवेर का ही टाइम से 10 बजे का सतगुरु जी के कमरे गए। तो अंदर मतलब बहुत बैठे हुए सन, बीबी ज्ञानन भी बैठे हुए सन, होर भी थोड़ी मम्मी भी बैठी हुई थी। तो सतगुरु जी ने एक शब्द उच्चरिया कि दीन दयाल भरोसे तेरे सब परिवार चढ़ाया फेरे। तो बड़िया खुशियां दित्तियां परिवार नूं और बहुत प्यार दिता उस फेरे दे विच। ते उस फेरे दे विच एक गड्डी भी सानू दित्ती कि इन्हां बच्चों नूं अमृतसर दर्शन दरबार साहब के दर्शन करा के लैके आओ। उस 6 डोर मतलब बिन से मतलब किन्नियां खुशियां तुसीं वेखो। कहंदे ने सारे इंडिया दे विच 2 के 3 ही उस तरह दी गड्डियां हैगियां। जदों असीं अमृतसर दरबार साहब रस्ते दे विच फगवाड़े दे कोल जाके ना, तुसीं मन नहीं सकदे, मतलब गड्डी पूरी फुल स्पीड दे उत्ते सी ते एक घोड़ा मतलब बहुत तेज़ी नाल गड्डी दे कोल लंघिया। तो मतलब सारे असीं घबरा गए कि मतलब कि एक जिवें कहंदे ने एक अख झपकन वाला सीन हैगा सी। वो घोड़ा किस तरह लंघ गया किसी नूं कोई पता नहीं। सतगुरु जी ने आपे ही हथ दे के रख लिया। बाकी उस पोजीशन है जिस तरह वो घोड़ा उस गड्डी दे कोल लंघिया सी और गड्डी उन्नी स्पीड दे विच हैगी सी,
ਕੋਈ ਰਸਤਾ ਨਹੀਂ ਸੀ ਹੈਗਾ ਕਿ ਉਹ ਗੱਡੀ ਜਾਂ ਤੇ ਘੋੜੇ ਨੂੰ ਵੱਜ ਕੇ ਉਹ ਘੋੜਾ ਵਿਚਾਰਾ ਮਰ ਜਾਂਦਾ ਤੇ ਜਾਂ ਕੋਈ ਹੋਰ ਵੱਡਾ ਐਕਸੀਡੈਂਟ ਹੋ ਜਾਂਦਾ, ਪਰ ਕੋਈ ਜਰਾ ਵੀ ਮਤਲਬ ਕਿ ਕੋਈ ਐਸੀ ਵੈਸੀ ਗੱਲ ਨਹੀਂ ਹੋਈ। ਉਹੀ ਸਮੂਥ ਪੋਜੀਸ਼ਨ ਵਿੱਚ ਹੀ ਗੱਡੀ ਫਿਰ ਅੱਗੇ ਚਲੀ ਗਈ। ਜਦੋਂ ਅੰਮ੍ਰਿਤਸਰ ਅਸੀਂ ਪਹੁੰਚੇ, ਸਾਰੇ ਗੱਡੀ ਦੇ ਅੱਗੇ ਕੋਈ ਮਤਲਬ ਕੋ ਨਾ ਸਮਝਿਆ ਕੋਈ ਮਿਨਿਸਟਰ ਆ ਗਏ ਨੇ ਜਾਂ ਕਿਸ ਤਰ੍ਹਾਂ ਦੀਆਂ ਗੱਡੀਆਂ ਸਾਰੀਆਂ। ਮੇਰਾ ਕਹਿਣ ਦਾ ਮਤਲਬ ਹੈ ਕਿ ਸੱਚੇ ਪਾਤਸ਼ਾਹ ਨੇ ਬਹੁਤ ਬਹੁਤ ਪਿਆਰ ਦਿੱਤਾ ਹੈ, ਔਰ ਬਹੁਤ ਮੈਨੂੰ ਵੀ ਮੇਰੀ ਫੈਮਿਲੀ ਨੂੰ ਵੀ ਜਿੰਨੀ ਵਾਰੀ ਵੀ ਅਸੀਂ ਗਏ ਹਾਂ ਭੈਣੀ ਸਾਹਿਬ ਪੂਰਾ ਪਿਆਰ ਕੀਤਾ। ਨਾਲ ਨੀਲੋ ਲੈ ਗਏ, ਕਦੀ ਪਟਿਆਲੇ ਪਿੰਡਾਂ ਦੇ ਵਿੱਚ ਲੈ ਗਏ, ਆਪਣੇ ਨਾਲ ਹੀ ਬਿਠਾਉਂਦੇ ਸਨ। ਇੱਕ ਵਾਰੀ ਇਸ ਤਰ੍ਹਾਂ ਹੀ ਮੈਂ ਮਤਲਬ ਇਕੱਲਾ ਹੀ ਸਤਿਗੁਰਾਂ ਦੇ ਦਰਸ਼ਨ ਵਾਸਤੇ ਗਿਆ, ਅਤੇ ਰਸਤੇ ਦੇ ਵਿੱਚ ਇੱਥੇ ਥੰਗ ਲੁਵਨ 'ਤੇ ਇੰਨੀ ਬਾਰਿਸ਼ ਹੋਣੀ ਸ਼ੁਰੂ ਹੋਈ, ਇੰਨੀ ਬਾਰਿਸ਼ ਹੋਣੀ ਸ਼ੁਰੂ ਹੋ ਗਈ। 2:30 ਵਜੇ ਦਾ ਜਹਾਜ਼ ਸੀ, 1:30 ਵਜੇ ਮੈਂ ਅਜੇ ਥੰਗ ਲੁਵਨ 'ਤੇ ਹੀ ਸਾਂ। ਮੈਂ ਰਾਜਾ ਸੇਠੀ ਨੂੰ ਟੈਲੀਫੋਨ ਕੀਤਾ, ਮੈਂ ਕਿਹਾ ਇਸ ਤਰ੍ਹਾਂ ਦੇ ਜਾਂਦੇ 2-2:30 ਵੱਜ ਜਾਣੇ ਨੇ ਅਤੇ ਜਹਾਜ਼ 'ਤੇ 2:30 ਵਜੇ ਦਾ ਹੈਗਾ, ਅਤੇ ਮੈਂ ਜਾ ਪਾਵਾਂਗਾ ਕਿ ਨਹੀਂ ਜਾ ਪਾਵਾਂਗਾ। ਕਹਿੰਦਾ ਤੂੰ ਜਿੱਥੇ ਬੈਠਾ ਨਾ ਉੱਥੋਂ ਹੀ ਅਰਦਾਸ ਕਰ, ਆਪੇ ਹੀ ਸਤਿਗੁਰੂ ਦੀ ਕਿਰਪਾ ਕਰਨਗੇ। ਮੈਂ 2:30 ਵਜੇ ਪਹੁੰਚਿਆ ਮੈਂ ਏਅਰਪੋਰਟ ਦੇ ਉੱਤੇ, ਅਤੇ ਜੈਟ ਏਅਰਵੇਜ਼ ਦੇ ਕਾਊਂਟਰ 'ਤੇ ਗਿਆ ਮੈਂ, ਅਤੇ ਕਾਊਂਟਰ ਬੰਦ ਹੋ ਚੁੱਕਿਆ, ਅਤੇ ਇੱਕ ਕੋਨੇ 'ਤੇ ਇੱਕ ਬੰਦਾ ਕੁਦਰਤੀ ਖਲੋਤਾ ਹੋਇਆ ਸੀ। ਅਤੇ ਮੈਨੂੰ ਕਹਿੰਦਾ ਨਹੀਂ ਮੈਂ ਥਾਂ, ਮੈਂ ਕਿਹਾ ਐਸਾ ਬੜੀ ਟ੍ਰੈਫਿਕ ਸੀ ਅਤੇ ਮੈਂ ਪਹੁੰਚ ਨਹੀਂ ਸਕਿਆ, ਅਤੇ ਮੈਨੂੰ ਜਾਣਾ ਬਹੁਤ ਪਤਾ ਨਹੀਂ ਸਤਿਗੁਰੂ ਦਾ ਭੇਜਿਆ ਹੋਇਆ ਬੰਦਾ ਸੀ। ਉਹਨੇ ਕਿਹਾ ਆਪਣੀ ਟਿਕਟ ਵੀ ਦੇ ਦੇ, ਪਾਸਪੋਰਟ ਵੀ ਦੇ ਦੇ, ਅਤੇ ਮੈਂ ਆਫਿਸ ਤੋਂ ਮਤਲਬ ਕਿ ਉਹਦਾ ਬੋਰਡਿੰਗ ਕਾਰਡ ਨਿਕਲਵਾ ਕੇ ਲੈਣਾ ਵਾ, ਅਤੇ ਤੂੰ ਜਿਹੜਾ ਓਵਰ ਸਾਈਜ਼ ਸਮਾਨ ਰੱਖਣ ਵਾਲੀ ਜਗ੍ਹਾ ਹੈਗੀ ਹੈ ਨਾ, ਤੂੰ ਇੱਥੇ ਲੋਡ ਕਰਾ ਦੇ। ਤੁਸੀਂ ਸ਼ਾਇਦ ਮੰਨੋਗੇ ਨਹੀਂ, ਜਹਾਜ਼ ਪੂਰਾ ਮਤਲਬ ਤਿਆਰ ਖਲੋਤਾ ਹੋਇਆ ਸੀ। ਉਹ 5 ਮਿੰਟ ਦੇ ਵਿੱਚ ਉਹਨੇ ਉਹ ਸਾਰਾ ਕੰਮ ਕਰਾਇਆ, ਪਾਸਪੋਰਟ ਤੇ ਬੋਰਡਿੰਗ ਕਾਰਡ ਦਿੱਤਾ, ਅਤੇ ਨਾਲ ਆਪਣੇ ਲੈ ਕੇ ਦੌੜ ਕੇ ਮੈਨੂੰ ਜਹਾਜ਼ ਦੇ ਵਿੱਚ ਚੜ੍ਹਾ ਕੇ ਆਇਆ। ਉਸ ਦੌਰੇ ਦੇ ਵਿੱਚ ਮੈਂ ਮਤਲਬ ਕਿ ਇਹ ਸੋਚ ਰਿਹਾ ਸੀ ਕਿ ਸ਼ਾਇਦ ਸਤਿਗੁਰਾਂ ਦੇ ਦਰਸ਼ਨ ਨਹੀਂ ਹੋਣਗੇ, ਪਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ। ਅੱਗੋਂ ਉੱਥੇ ਜਿਹਨੂੰ ਲੈਣ ਵਾਸਤੇ ਕਿਹਾ ਹੋਇਆ ਸੀ ਉਹ ਵੀ ਨਹੀਂ ਪਹੁੰਚਿਆ। ਫਿਰ ਮੈਂ ਹਰਪਾਲ ਸਿੰਘ ਚਾਵਲਾ ਉਹਨਾਂ ਨੂੰ ਟੈਲੀਫੋਨ ਕੀਤਾ, ਉਹਨਾਂ ਨੇ ਉੱਥੋਂ ਦੇ ਸੂਬੇ ਦਾ ਐਡਰੈਸ ਦਿੱਤਾ ਕਿ ਤੁਸੀਂ ਉਹਨਾਂ ਦੇ ਘਰ ਚਲੇ ਜਾਓ, ਅਤੇ ਉਹ ਫਿਰ ਸਵੇਰੇ ਤੁਹਾਡਾ ਕੋਈ ਬੰਦੋਬਸਤ ਕਰ ਦੇਣਗੇ। ਸਵੇਰੇ ਜਦੋਂ ਮੈਂ 5 ਵਜੇ ਉਹਨਾਂ ਨੇ ਆਣ ਕੇ ਮੈਂ ਉਹਨਾਂ ਦੇ ਘਰ ਚਲਾ ਗਿਆ ਟੈਕਸੀ ਕਰਕੇ। ਉਹਨਾਂ ਨੇ ਇੱਕ ਕਮਰੇ 'ਚ ਮੈਨੂੰ ਸਵਾ ਦਿੱਤਾ। ਉਹ ਕਹਿੰਦੇ ਨੇ ਸਵੇਰੇ ਤੁਹਾਡਾ 8-9 ਵਜੇ ਕੋਈ ਮਤਲਬ ਤੁਹਾਨੂੰ ਗੱਡੀ ਜਾਂ ਬੱਸ 'ਤੇ ਚੜ੍ਹਾ ਦੇਣਾ। ਸਵੇਰੇ ਜੇ 5 ਵੀ ਨਹੀਂ ਸਨ ਵਜੇ, ਅਤੇ ਉਹਨਾਂ ਨੇ ਮੇਰਾ ਦਰਵਾਜ਼ਾ ਖੜਕਾਇਆ ਕਿ ਬਤਰਾ ਸਾਹਿਬ ਹੁੰਦੇ ਸਨ ਉਸ ਟਾਈਮ, ਮਤਲਬ ਕਿ ਸਹਿਜਧਾਰੀ ਸਿੱਖ, ਅਤੇ ਬਹੁਤ ਪਿਆਰੇ ਬੰਦੇ ਸਨ ਉਹ ਵੀ। ਉਹ ਕਹਿੰਦੇ ਨੇ ਬਤਰਾ ਸਾਹਿਬ ਆਏ ਨੇ ਅਤੇ ਉਹਨਾਂ ਭੈਣੀ ਸਾਹਿਬ ਜਾਣਾ, ਅਤੇ ਤੁਸੀਂ ਵੀ ਇਹਨਾਂ ਦੇ ਨਾਲ ਚਲੇ। ਅਤੇ ਮੈਂ ਤਾਂ ਬਹੁਤ ਹੈਰਾਨ ਹੋ ਗਿਆ ਕਿ ਮਤਲਬ ਕਿ, ਅਤੇ ਤੁਸੀਂ ਹਿਸਾਬ ਲਾਓ ਬਤਰਾ ਸਾਹਿਬ ਜੇ ਭੈਣੀ ਸਾਹਿਬ ਜਾਣਾ ਹੋਵੇ ਅਤੇ ਉਹ ਸੁਬਾ ਜੀ ਦੇ ਘਰ ਕੀ ਕਰਨਗੇ ਨੇ। ਸਤਿਗੁਰੂ ਜੀ ਨੇ ਉਹਨਾਂ ਨੂੰ ਜਤਾਇਆ ਕਿ ਉਹ ਕੋਈ ਵੈਸੇ ਹੀ ਕੋਈ ਬਹਾਨਾ ਪਾਉਣ ਵਾਲੀ ਗੱਲ ਨਹੀਂ, ਕੋਈ ਉਹਨਾਂ ਕੋਲ ਕੋਈ ਸਮਾਨ ਲੈ ਕੇ ਉਹਨਾਂ ਨੂੰ ਪੁੱਛਣਗੇ ਨਹੀਂ ਕੋਈ ਸਮਾਨ ਪਾਤਸ਼ਾਹੀ ਵਾਸਤੇ ਭੇਜਣਾ ਨਹੀਂ ਭੇਜਣਾ। ਉਸ ਦੌਰੇ ਵਿੱਚ ਅਸੀਂ ਫਿਰ 5 ਵਜੇ ਨਿਕਲੇ, 11-11:30 ਵਜੇ ਭੈਣੀ ਸਾਹਿਬ ਪਹੁੰਚੇ, ਅਤੇ ਪਤਾ ਲੱਗਾ ਕਿ ਪਾਤਸ਼ਾਹੀ ਜੀ ਨੀਲੋ 'ਤੇ ਗਏ ਹੋਏ ਨੇ, ਅਤੇ ਅਸੀਂ ਗੱਡੀ ਉਹੀ ਮੋੜ ਕੇ ਉੱਥੇ ਨੀਲੋ 'ਤੇ ਚਲੇ ਗਏ। ਨੀਲੋ 'ਤੇ ਗਏ ਅਤੇ ਸਤਿਗੁਰੂ ਜੀ ਉੱਥੇ ਵੀ ਮਤਲਬ ਗੱਡੀ 'ਚ ਬੈਠਣ ਲੱਗੇ ਸਨ। ਮੈਂ ਮੱਥਾ ਟੇਕਿਆ, ਸਤਿਗੁਰੂ ਜੀ ਨੇ ਪਿਆਰ ਦਿੱਤਾ, ਹਾਲ ਚਾਲ ਪੁੱਛਿਆ। ਅਮੋਨ ਪੰਡਤ ਮੈਨੂੰ ਕਹਿੰਦੇ ਸਨ, ਸੁਣਾਓ ਪੰਡਤ ਜੀ ਕੀ ਹਾਲ ਹੈ। ਇਸ ਤਰ੍ਹਾਂ ਪਰਿਵਾਰ ਦਾ ਵੀ ਹਾਲ ਚਾਲ ਪੁੱਛਦੇ ਹੁੰਦੇ ਸਨ ਹਰ ਵਾਰ। ਅਤੇ ਫਿਰ ਅਸੀਂ ਸਤਿਗੁਰੂ ਜੀ ਦੀ ਗੱਡੀ ਅੱਗੇ ਅਤੇ ਅਸੀਂ ਆਪਣੀ ਗੱਡੀ ਪਿੱਛੇ ਲਾ ਲਈ। ਥੋੜ੍ਹਾ 100 ਮੀਟਰ ਅੱਗੇ ਜਾ ਕੇ ਸਤਿਗੁਰਾਂ ਨੇ ਗੱਡੀ ਰੋਕ ਲਈ, ਅਤੇ ਸੇਵਕ ਹੁਣ ਮੈਨੂੰ ਨਹੀਂ ਪਤਾ ਹਰਪਾਲ ਸੀ ਤਾਂ ਹਮੇਸ਼ਾ ਹੀ ਰਛਪਾਲ, ਉਹਨਾਂ ਨੂੰ ਭੇਜਿਆ ਕਿ ਤੂੰ ਉਹਨਾਂ ਦੀ ਗੱਡੀ 'ਚ ਬਹਿ ਜਾ, ਅਤੇ ਅਮੋਨ ਪੰਡਤ ਨੂੰ ਆ ਇੱਥੇ ਮੇਰੀ ਗੱਡੀ 'ਚ ਆ ਜਾ। ਬੜੀਆਂ ਖੁਸ਼ੀਆਂ ਦਿੱਤੀਆਂ, ਬੜਾ ਪਿਆਰ ਦਿੱਤਾ ਸਤਿਗੁਰੂ ਜੀ ਨੇ। ਚੰਗਮਾਈ ਹਮੇਸ਼ਾ ਜਿੰਨੇ ਵਾਰੀ ਵੀ ਨਾਲ ਗਏ ਆ, ਬੜਾ ਮਤਲਬ ਕਿ ਹਰ ਜਗ੍ਹਾ 'ਤੇ ਨੌਜਵਾਨਾਂ ਨੂੰ ਬਹੁਤ ਬਹੁਤ ਪਿਆਰ ਦਿੱਤਾ। ਕਥਾ ਕਹਾਣੀਆਂ ਜਿਹੜੀਆਂ ਨੇ ਪਰਿਵਾਰ ਦੇ ਵਿੱਚ ਘਟਨਾ, ਹਰ ਟਾਈਮ ਤੁਸੀਂ ਹੁਣ ਛੋਟੀਆਂ ਗੱਲਾਂ ਵੀ ਸੋਚਣ ਲੱਗੋ ਅਤੇ ਸਵੇਰ ਨੂੰ ਵੀ ਕੀ ਸੋਚੀਦਾ, ਸੱਚੇ ਪਾਤਸ਼ਾਹ ਇਹ ਕਿਰਪਾ ਕਰੀ, ਉਹ ਕੰਮ ਉਸ ਤਰ੍ਹਾਂ ਹੀ ਹੋ ਜਾਂਦੇ ਨੇ। ਕੋਈ ਕੰਮ ਸਤਿਗੁਰੂ ਦੀ ਕਿਰਪਾ ਨਾਲ ਕਦੀ
नहीं रुकिया। सतगुर ने किरपा की। मैं शुरू तो ही इथों किया था कि मैं कखां दा भी नहीं सा, लखां दा करोड़ां दा सतगुर ने किरपा करके इन्ना बख्शिश की है मेरे परिवार ते। पिछे सतगुर जगजीत सिंह भी किरपा करते आए ने, अगों सतगुर गुरदेव सिंह जी भी किरपा करन, मन हंकार ना होवे। ਜਦੋਂ ਵੀ ਸੱਚੇ ਪਾਤਸ਼ਾਹ ਨੌਜਵਾਨਾਂ ਨਾਲ ਬੈਠਦੇ ਸਨ ਤੇ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹੁੰਦੇ ਸਨ, ਹੁਕਮ ਕਰਦੇ ਹੁੰਦੇ ਸਨ ਕਿ ਸਾਡਾ ਆਪਣਾ ਸਕੂਲ ਹੋਣਾ ਜ਼ਰੂਰੀ ਹੈ। ਤੇ ਨਾਲੇ ਇਹ ਵੀ ਕਹਿੰਦੇ ਹੁੰਦੇ ਸਨ ਕਿ ਇਹ ਮਤਲਬ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ, ਉਹਨਾਂ ਦੇ ਪਿਤਾ ਜੀ ਦਾ ਇਹ ਸੁਪਨਾ ਸੀ ਕਿ ਸਿੱਖਾਂ ਨੇ ਸਕੂਲ ਬਣਾ ਲਿਆ ਹੈ, ਹਿੰਦੂਆਂ ਨੇ ਸਕੂਲ ਬਣਾਉਣਾ ਹੈ, ਨਾਮਧਾਰੀਆਂ ਦਾ ਅਜੇ ਕੋਈ ਸਕੂਲ ਨਹੀਂ ਹੈਗਾ ਬੈਂਕਾਕ ਦੇ ਵਿੱਚ। ਤੇ ਇਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਇੱਕ ਵਾਰੀ ਸੁਰੰਬਰ ਸਿੰਘ ਦੇ ਘਰ ਡੇਰਾ ਸੀ ਉਸ ਟਾਈਮ, ਤੇ ਸਾਰਿਆਂ ਨੂੰ ਨੌਜਵਾਨਾਂ ਨੂੰ ਕਾਫੀ ਬੈਠੇ ਹੋਏ ਸਨ ਅਸੀਂ ਅੰਦਰ, ਮੇਰੇ ਖਿਆਲ 8-10 ਹੈਗੇ ਸਨ। ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਇਸ ਤਰ੍ਹਾਂ ਸਕੂਲ ਹੋਣਾ ਚਾਹੀਦਾ ਆਪਣਾ। ਤੇ ਰਾਜਾ ਹਰਪਾਲ, ਪ੍ਰੇਮ ਤਿੱਲੂ ਵਗੈਰਾ ਸਰਦਾਰ ਸਾਰਿਆਂ ਨੇ ਸਤ ਵਚਨ ਕੀਤਾ। ਉਸ ਤੋਂ ਬਾਅਦ ਨੌਜਵਾਨਾਂ ਨੇ, ਰਾਜਾ ਹਰਪਾਲ, ਤਿੱਲੂ ਸਾਰਿਆਂ ਨੇ ਭੱਜ ਦੌੜ ਕਰਕੇ ਤੇ ਜੋ ਜਿਸ ਤਰ੍ਹਾਂ ਹੁਕਮ ਹੋਇਆ ਉਗਰਾਈ ਸਭ ਨੇ ਉੱਥੇ ਵੀ ਕੀਤਾ। ਸਕੂਲ ਬਣਿਆ। ਸਕੂਲ ਬਣਨ ਤੋਂ ਬਾਅਦ ਮੇਰੀ ਬੱਚੀ ਅਰੁਣੀ, ਮਤਲਬ ਕਿ ਮੈਂ ਉਹਨੂੰ ਪਹਿਲਾਂ ਸਮਾਂ ਕੀਤਾ, ਮਤਲਬ ਐਡਮਿਸ਼ਨ ਦਵਾਈ। ਤੇ ਉਹ ਪਹਿਲਾ ਬੱਚਾ ਸੀ ਕਿ ਸਕੂਲ ਦੀ ਜਦੋਂ ਓਪਨਿੰਗ ਸੈਰੇਮਨੀ ਹੋਈ ਸੀ ਸਕੂਲ ਦੇ ਵਿੱਚ, ਸਕੂਲ ਦੀ ਡਰੈਸ ਪਾ ਕੇ, ਔਰ ਉਹਦੇ ਵਿੱਚ ਮੇਰੇ ਘਰੋਂ ਹਰਪ੍ਰੀਤ ਦਾ ਵੀ ਬੜਾ, ਜਿੱਦਣ ਮਤਲਬ ਕਿ ਸਕੂਲ ਦੀ ਡਰੈਸ ਮਿਲੀ ਹੈ ਉਸ ਤੋਂ ਦੂਸਰੇ ਦਿਨ ਕਿ ਤੀਸਰੇ ਦਿਨ ਫੰਕਸ਼ਨ ਸੀ, ਬੜਾ ਭੱਜ ਦੌੜ ਕਰਕੇ ਕਿ ਮਤਲਬ ਕਿ ਇਹ ਡਰੈਸ ਕੰਪਲੀਟ ਹੋ ਜਾਵੇ ਤੇ ਅਰੁਣੀ ਡਰੈਸ ਪਾ ਕੇ ਹੀ ਜਾਏ ਓਪਨਿੰਗ ਸੈਰੇਮਨੀ 'ਤੇ। ਤੇ ਉਹ ਉਸ ਦਿਨ ਫਿਰ ਅਰੁਣੀ ਨੂੰ ਉਹੀ ਡਰੈਸ ਪਾ ਕੇ ਤੇ ਜਦੋਂ ਓਪਨਿੰਗ ਸੈਰੇਮਨੀ ਵਾਲੇ ਟਾਈਮ ਸਤਿਗੁਰੂ ਜੀ ਬੈਠ ਗਏ ਨੇ ਆਪਣੇ ਸਿਆਸਨ ਦੇ ਉੱਤੇ, ਤੇ ਉਹ ਥਾਲੀ ਦੇ ਵਿੱਚ, ਥਾਟ ਦੇ ਵਿੱਚ ਫੁੱਲ ਪਾ ਕੇ ਸਤਿਗੁਰੂ ਜੀ ਦੇ ਅੱਗੇ ਭੇਟਾ ਕੀਤੀ, ਮੱਥਾ ਟੇਕਿਆ। ਮੇਰੇ ਵਾਸਤੇ ਕਿ ਵੀ ਬਹੁਤ ਖੁਸ਼ੀ ਦਾ ਟਾਈਮ ਸੀ, ਖੁਸ਼ੀ ਦਾ ਸਮਾਂ ਸੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਹੀ ਕਿਰਪਾ ਕਰਨੀ ਹੁੰਦੀ ਹਰ ਜਗ੍ਹਾ 'ਤੇ। ਇਹ ਵੀ ਮਨ ਸ਼ਾਇਦ ਸਤਿਗੁਰੂ ਜੀ ਨੇ ਮੈਨੂੰ ਹੀ ਦੇਣਾ ਸੀ ਕਿ ਜਦ ਤੇਰਾ ਬੱਚਾ, ਜਿਵੇਂ ਕਹਿੰਦੇ ਨੇ ਫਸਟ ਸਟੂਡੈਂਟ ਉਹ ਸਕੂਲ ਦਾ, ਸੱਚੇ ਪਾਤਸ਼ਾਹ ਦੇ ਸਕੂਲ ਦਾ ਸੀ। ਉਸ ਤੋਂ ਬਾਅਦ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਸਭ 'ਤੇ, ਅੱਗੋਂ ਵੀ ਕਿਰਪਾ ਕਰਦੇ ਰਹਿਣਗੇ। ਤੇ ਮੈਂ ਚਾਹਾਂਗਾ ਹੁਣ ਵੀ ਇਹ ਸਕੂਲ ਫਲੇ ਫੁੱਲੇ, ਸਤਿਗੁਰ ਦਾ ਸਕੂਲ ਹੈ। ਸਾਧ ਸੰਗਤ ਜੀ ਦੇਖੋ ਜੀ, ਕੱਲਾ ਕੋਈ ਮੇਲਾ ਕਰਨਾ ਚਾਹਵੇ, ਸ਼ਾਇਦ ਕਿਸੇ ਦੇ ਵੱਸ ਦੀ ਗੱਲ ਹੋਵੇ ਨਾ ਹੋਵੇ। ਬਾਕੀ ਬੜਿਆਂ ਨੇ, ਜਿਵੇਂ ਹੁਣ ਆਪਣੇ ਮਤਾਜ ਸਿੰਘ ਜੀ ਨੇ, ਇਹਨਾਂ ਨੇ ਵੀ ਬੜੇ ਮੇਲੇ ਕੀਤੇ ਨੇ, ਇੰਗਲੈਂਡ ਵਾਲਿਆਂ ਨੇ ਵੀ ਮੇਲੇ ਕੀਤੇ ਨੇ। ਉਦੋਂ ਸਾਡੇ ਨੌਜਵਾਨਾਂ ਦੇ ਵੀ ਇੱਕ ਵਿਧ ਬਣੀ, ਮਤਲਬ ਕਿ ਖਿਆਲ ਆਇਆ ਕਿ ਅਸੀਂ ਵੀ ਰਲ ਮਿਲ ਕੇ ਮੇਲਾ ਕਰੀਏ। ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਮੇਲਾ ਦਿੱਤਾ। ਅਸੀਂ ਉਹ ਫਿਰ ਮੇਲਾ ਕੀਤਾ ਸਾਰਿਆਂ ਨੇ ਰਲ ਮਿਲ ਕੇ। ਉਸ ਤੋਂ ਬਾਅਦ ਸਤਿਗੁਰੂ ਜੀ ਨੇ ਉਸ ਟਾਈਮ ਮਤਲਬ ਕਿ ਅਮਰੀਕਾ ਤੋਂ ਵੀ, ਕੈਨੇਡਾ ਤੋਂ ਵੀ, ਇੰਗਲੈਂਡ ਤੋਂ ਵੀ ਤੇ ਅਫਰੀਕਾ ਤੋਂ ਵੀ ਬਹੁਤ ਸੰਗਤਾਂ ਆਈਆਂ ਸਨ। ਰੇਸ਼ਮ ਸਿੰਘ ਜੀ ਵੀ ਆਏ ਸਨ ਤੇ ਕੈਨੇਡਾ ਤੋਂ। ਤੇ ਰੇਸ਼ਮ ਸਿੰਘ ਜੀ ਵੀ, ਫਿਰ ਸਤਿਗੁਰੂ ਜੀ ਨੇ ਸਾਰੇ ਨੌਜਵਾਨਾਂ ਨੂੰ ਆਪਣੇ ਹਸਤ ਕਮਲਾਂ ਰਾਹੀਂ ਸਾਰਿਆਂ ਨੂੰ ਮਾਲਾ ਦਿੱਤੀ। ਮੇਰੇ ਕੋਲ ਵੀ ਉਹ ਫੋਟੋ ਹੈਗੀ ਹੈ। ਤੇ ਉਹ ਫੋਟੋ ਵਿੱਚ ਸਤਿਗੁਰੂ ਜੀ ਮਾਲਾ ਦੇ ਰਹੇ ਨੇ, ਨਾਲ ਰੇਸ਼ਮ ਸਿੰਘ ਜੀ ਬੈਠੇ ਹੋਏ ਨੇ, ਸੁਭਾ ਰੇਸ਼ਮ ਸਿੰਘ ਜੀ ਕੈਨੇਡਾ ਵਾਲੇ। ਤੇ ਉਸ ਟਾਈਮ ਵੀ ਨੌਜਵਾਨਾਂ ਨੇ ਮਤਲਬ ਕਿ ਬਿਲਕੁਲ, ਉਸ ਟਾਈਮ ਜਦੋਂ ਮੇਲਾ ਹੁੰਦਾ ਸੀ ਨਾ, ਸਾਰੇ ਨੌਜਵਾਨਾਂ ਦੇ ਦਿਲਾਂ 'ਚ ਇੱਕ ਹੀ ਉਤਸ਼ਾਹ ਹੁੰਦਾ ਸੀ ਕਿ ਬਸ ਭੱਜ ਕੇ ਇਹ ਵੀ ਕੰਮ ਕਰਨਾ ਹੈ, ਭੱਜ ਕੇ ਉਹ ਵੀ ਕੰਮ ਕਰਨਾ ਹੈ। ਜਦੋਂ ਅਸੀਂ ਸ਼ੁਰੂ ਵਿੱਚ ਨੌਜਵਾਨ ਬਣਿਆ ਸਾਂ ਮੈਂ, ਉਦੋਂ ਮੇਰੇ ਕੋਲ ਮਸਦਾ ਫੈਮਲੀਆ ਹੁੰਦੀ ਸੀ। ਤੁਹਾਨੂੰ ਹੁਣ ਤਾਂ ਨਹੀਂ ਖੈਰ ਉਹ ਮਾਡਲ ਹੈਗਾ, ਕਬਾ ਦਾ ਸਾਰਿਆਂ ਨਾਲੋਂ ਛੋਟਾ ਮਾਡਲ ਹੁੰਦਾ ਸੀ ਉਦੋਂ ਉਹ। ਤੇ ਉਹ ਮੈਂ ਅੱਗੇ 2 ਸੀਟਾਂ ਹੁੰਦੀਆਂ ਸਨ, ਪਿੱਛੇ ਖੁੱਲ੍ਹਾ ਰੱਖਿਆ ਸੀ ਕੰਮ। ਤੇ ਜਦੋਂ ਸਤਿਗੁਰੂ ਜੀ ਨੇ ਆਉਣਾ ਤੇ ਉਹ ਮੈਂ ਇੱਧਰੋਂ ਪਾਰ ਵਾਲੇ ਪਾਸਿਓਂ ਉਸ ਦੇ ਵਿੱਚ, ਜਿਵੇਂ ਕਹਿੰਦੇ ਨੇ
ਕਈ ਵਾਰੀ ਜਿਵੇਂ ਸਮਝ ਲਓ ਆਮ ਤੇ ਉਹਦੇ ਵਿੱਚ 6 ਜਾਂ 7 ਤੋਂ ਵੱਧ ਸਵਾਰੀਆਂ ਨਹੀਂ ਸਨ ਬਹਿ ਸਕਦੀਆਂ। 10 ਬੀਬੀਆਂ ਵੀ ਬਿਠਾ ਕੇ ਮਤਲਬ ਕਿ ਜਿਸ ਤਰ੍ਹਾਂ ਵੀ ਉਹ ਗਰਮੀ ਕੀ ਭੀੜ ਭੂੜ ਕੀ ਉਹਦੇ ਵਿੱਚ ਕਿਸੇ ਫਸ ਕੇ ਆਉਂਦੀਆਂ ਸਨ, ਮੈਨੂੰ ਵੀ ਨਹੀਂ ਪਤਾ ਹੈਗੀਆਂ, ਪਰ ਆ ਜਾਂਦੀਆਂ ਸਨ। ਸਵੇਰੇ ਵੀ ਉਹਨਾਂ ਨੂੰ ਲਾਲਸਾ ਦੇ ਵਾਰ 'ਤੇ ਲੈ ਕੇ ਜਾਣਾ, ਸ਼ਾਮ ਨੂੰ ਵੀ ਡੇਰੇ ਵੀ ਉਹਨਾਂ ਨੂੰ ਦਰਸ਼ਨ ਕਰਾਣੇ। ਉਹ ਛੋਟੀ ਜਿਹੀ ਗੱਡੀ ਦੇ ਵਿੱਚ ਸ਼ਾਇਦ ਉਹੀ ਸਤਿਗੁਰੂ ਜੀ ਨੇ ਕਿਰਪਾ ਕੀਤੀ। ਹੁਣ ਤੇ ਸਤਿਗੁਰੂ ਜੀ ਨੇ ਮਤਲਬ ਕੋਈ ਕਸਰ ਛੱਡੀ ਹੀ ਨਹੀਂ, ਗੱਡੀਆਂ ਵੱਲੋਂ ਕੀ ਪਰਿਵਾਰ ਕਾਰੋਬਾਰ ਵੱਲੋਂ ਕੀ। ਇਹ ਸਤਿਗੁਰੂ ਜੀ ਦੀ ਬਹੁਤ ਕਿਰਪਾ ਹੈਗੀ ਕਿ ਉਸ ਟਾਈਮ ਨੌਜਵਾਨਾਂ ਦੇ ਦਿਲਾਂ 'ਚ ਇੱਕ ਹੀ ਹੁੰਦਾ ਸੀ ਕਿ ਕੋਈ ਨਹੀਂ ਸੀ ਕਹਿੰਦਾ ਕਿ ਮੇਰੇ ਕੋਲ ਕਿਹੜੀ ਗੱਡੀ ਹੈ, ਛੋਟੀ ਹੈ, ਵੱਡੀ ਹੈ, ਪੁਰਾਣੀ ਹੈ, ਨਵੀਂ ਹੈ। ਬਸ ਗੱਡੀ ਵਿੱਚ ਸੰਗਤਾਂ ਭਰਨੀਆਂ ਨੇ, ਸਤਿਗੁਰਾਂ ਨੂੰ ਦਰਸ਼ਨ ਕਰਾਉਣੇ ਨੇ। ਜਿਹੜੇ ਬਾਹਰ ਤੋਂ ਵੀ ਹੁੰਦੇ ਜਿਵੇਂ ਕੈਨੇਡਾ ਹੈ, ਇੰਗਲੈਂਡ ਹੈ ਜਾਂ UK ਕੀ ਕਹਿੰਦੇ ਨੇ ਅਮਰੀਕਾ ਤੋਂ, ਜਿਹੜੇ ਵੀ ਇੰਡੀਆ ਤੋਂ, ਜਿਹੜੇ ਸਾਰਿਆਂ ਨੂੰ ਲਿਜਾਣਾ, ਉਹਨਾਂ ਨੂੰ ਸੈਰ ਕਰਾਉਣੀ, ਉਹਨਾਂ ਨੂੰ ਸ਼ੋਪਿੰਗ ਕਰਾਉਣੀ। ਮਤਲਬ ਪੂਰਾ ਸਤਿਗੁਰੂ ਜੀ ਸਾਨੂੰ ਵੀ ਪੂਰਾ ਮਾਣ ਦਿੰਦੇ। ਔਰ ਸਾਡੇ ਵੀ ਦਿਲਾਂ 'ਚ ਇੰਨਾ ਉਤਸ਼ਾਹ ਹੁੰਦਾ ਸੀ ਕਿ ਭੱਜ ਕੇ ਨੱਸ ਕੇ ਮਤਲਬ ਕਿ ਹਰ ਜਗ੍ਹਾ 'ਤੇ। ਔਰ ਸਤਿਗੁਰੂ ਜੀ ਨੇ ਬੜਾ ਪਿਆਰ ਦਿੱਤਾ, ਤੁਸੀਂ ਸੋਚ ਵੀ ਨਹੀਂ ਸਕਦੇ। ਨੌਜਵਾਨਾਂ ਨੂੰ ਜਿੰਨੀ ਵਾਰੀ ਅਸੀਂ ਭੈਣ ਸਾਹਿਬ ਗਏ ਹਾਂ ਜਾਂ ਜਿੰਨੀ ਵਾਰੀ ਸਤਿਗੁਰੂ ਜੀ ਇੱਥੇ ਆਏ ਨੇ ਨਾ, ਬਹੁਤ ਪਿਆਰ ਦਿੱਤਾ। ਉਹ ਪਿਆਰ ਸਮਝ ਲਓ ਕਿ ਅੱਜ ਤੱਕ ਅਸੀਂ ਤਾਂ ਆਪਣੇ ਦਿਲਾਂ ਦੇ ਵਿੱਚ ਇੰਨਾ ਉਸੇ ਪਿਆਰ ਦੇ ਸਦਕੇ ਸਾਰੇ ਨੌਜਵਾਨ, ਕੋਈ ਕਿਸੇ ਮਤਲਬ ਕਿੱਥੋਂ ਕੋਈ ਸ਼ੁਰੂ ਹੋਇਆ ਹੈ, ਕਿੱਥੋਂ ਕੋਈ ਆਇਆ ਵੇ। ਹੁਣ ਇਸ ਟਾਈਮ ਤੁਸੀਂ ਦੇਖ ਲਓ ਸਾਰੇ ਨੌਜਵਾਨ ਆਪਣੀ ਜਗ੍ਹਾ 'ਤੇ ਪੂਰੇ ਕਾਇਮ ਹੈਗੇ ਨੇ। ਇੱਕ ਹੋਰ ਵੀ ਸਤਿਗੁਰੂ ਜੀ ਨੇ ਮੇਰੇ 'ਤੇ ਬਹੁਤ ਕਿਰਪਾ ਕੀਤੀ। ਮੈਂ ਬੜੇ ਸਾਲ ਮਤਲਬ ਕਿ ਮੇਰੀ ਡਿਊਟੀ ਸੀ ਕਿ ਜਦੋਂ ਸਤਿਗੁਰੂ ਜੀ ਥਾਈਲੈਂਡ ਹੁੰਦੇ ਸਨ, ਸੇਠ ਤਰਨ ਸਿੰਘ ਚਾਵਲਾ ਨਾਲ ਇੱਕ ਉਹਨਾਂ ਦੀ ਗੱਡੀ ਹੁੰਦੀ ਸੀ, ਇੱਕ ਮੇਰੀ ਗੱਡੀ ਹੁੰਦੀ ਸੀ। ਦੋਨਾਂ ਗੱਡੀਆਂ ਨੂੰ ਅੰਦਰ ਜਾਣ ਦਾ ਮਤਲਬ ਕਿ ਉਹ ਅਥਾਰਟੀ ਆਫ ਡੌਨ ਮਿਊਜ਼ੀਅਮ ਹੁੰਦਾ ਸੀ ਉਸ ਜ਼ਮਾਨੇ ਦੇ ਵਿੱਚ ਪਹਿਲਾਂ। ਅਤੇ ਅੰਦਰ ਜਾ ਕੇ ਅਸੀਂ ਗੱਡੀ ਮਤਲਬ ਬਿਲਕੁਲ ਜਹਾਜ਼ ਦੇ ਨਾਲ, ਇੱਕ ਮੇਰੀ ਉਦੋਂ ਮੇਰੇ ਕੋਲ ਕੈਮਰੀ ਹੁੰਦੀ ਸੀ ਅਤੇ ਤਰਨ ਸਿੰਘ ਜੀ ਆਪਣੀ ਸਤਿਗੁਰੂ ਜੀ ਵਾਸਤੇ ਜਿਹੜੀ ਉਹਨਾਂ ਨੇ ਬਿਨ ਰੱਖੀ ਹੋਈ ਹੈ। ਅਤੇ ਅਸੀਂ ਦੋਨੇ ਹੀ ਮਤਲਬ ਜਿਹੜਾ ਗਰਾਊਂਡ ਹੈਗਾ ਵੇ ਡੌਨ ਮਿਊਜ਼ੀਅਮ ਦੇ, ਉੱਥੇ ਜਾ ਕੇ ਜਦੋਂ ਸਤਿਗੁਰੂ ਜੀ ਦਾ ਜਹਾਜ਼ ਉਤਰਨਾ ਉਹਦੇ ਨਾਲ ਖੜੀ ਕਰਨੀ। ਅਤੇ ਇਹ ਮੇਰੇ ਵਾਸਤੇ ਇੱਕ ਬਹੁਤ ਖੁਸ਼ਕਿਸਮਤੀ ਹੈਗੀ ਹੈ ਨਾ ਜੀ। ਮੇਰੇ ਵਾਸਤੇ ਵੀ ਸੇਠ ਤਰਨ ਸਿੰਘ ਜੀ ਤੇ ਵੈਸੇ ਹੀ ਬਹੁਤ ਕਿਰਪਾ ਸੀ, ਪਰ ਮੇਰੇ ਵਾਸਤੇ ਵੀ ਬਹੁਤ ਵੱਡੀ ਖੁਸ਼ਕਿਸਮਤੀ ਹੈਗੀ ਹੈ ਨਾ ਜੀ ਕਿ ਜਦੋਂ ਸਤਿਗੁਰੂ ਜੀ ਦਰਸ਼ਨ ਦਿੰਦੇ ਹੁੰਦੇ ਸਨ ਥਾਈਲੈਂਡ ਦੇ ਬੈਂਕਾਕ ਦੇ ਏਅਰਪੋਰਟ ਦੇ ਉੱਤੇ, ਮੈਨੂੰ ਅਤੇ ਸੇਠ ਤਰਨ ਸਿੰਘ ਜੀ ਨੂੰ ਪਹਿਲੇ ਦਰਸ਼ਨ ਹੁੰਦੇ ਸਨ। ਰਾਜਾ ਹਰਪਾਲ ਅਤੇ ਆਪਣਾ ਸੁਰਿੰਦਰ ਮਨਚੰਦਾ ਸਾਹਿਬ ਉਹ ਤੇ ਨਾਲ ਹੀ ਹੁੰਦੇ ਸਨ ਸਤਿਗੁਰਾਂ ਦੇ। ਰਾਜਾ ਹਰਪਾਲ ਤੇ ਲੈਣ ਜਾਂਦੇ ਸਨ ਅਤੇ ਇੱਥੇ ਦਾ ਜਿਹੜਾ ਸੈਟਿੰਗ ਹੁੰਦੀ ਸੀ ਉਹ ਸਾਰੀ ਮਤਲਬ ਕਿ ਸਤਿਗੁਰੂ ਜੀ ਕਿਰਪਾ ਕਰਦੇ ਸਨ ਅਤੇ ਮੇਰੇ ਰਾਹੀਂ ਹੀ ਹੁੰਦੀ ਸੀ। ਸਾਰਾ ਏਅਰਪੋਰਟ ਦਾ ਅਰੇਂਜ ਜਿਹੜਾ ਉਹ ਮਤਲਬ ਅਸੀਂ ਹੀ ਕਰਦੇ ਸਾਂ। ਸਤਿਗੁਰੂ ਜੀ ਜਦੋਂ ਵਾਪਸ ਜਾਂਦੇ ਹੁੰਦੇ ਸਨ ਅਤੇ ਉਸੇ ਜਹਾਜ਼ ਦੇ ਉੱਤੇ ਫਿਰ ਅਸੀਂ ਗਰਾਊਂਡ ਦੇ ਵਿੱਚ ਸਤਿਗੁਰੂ ਜੀ ਨੂੰ ਪੂਰਾ ਫੋਕਲਿਫਟ ਰਾਹੀਂ, ਮਤਲਬ ਆਮ ਦਰਵਾਜ਼ੇ ਤੋਂ ਨਹੀਂ, ਫੋਕਲਿਫਟ ਰਾਹੀਂ ਉੱਧਰੋਂ ਛੋੜ ਕੇ ਆਉਂਦੇ ਹੁੰਦੇ ਸਾਂ। ਅਤੇ ਜਾਂਦਿਆਂ ਵੀ ਅਖੀਰਲੇ ਦਰਸ਼ਨ ਮੈਨੂੰ ਅਤੇ ਸੇਠ ਤਰਨ ਸਿੰਘ ਜੀ ਨੂੰ ਹੁੰਦੇ ਸਨ। ਮੈਂ ਸਮਝਦਾ ਇੱਕ ਵਾਰੀ ਦੀ ਮੇਰੇ ਕੋਲ ਫੋਟੋ ਵੀ ਹੈਗੀ ਹੈ ਜਿਹੜੀ ਖਿੱਚੀ ਹੋਈ ਹੈ। ਹਮੇਸ਼ਾ ਮੈਂ ਇੱਕ ਹਾਰ ਸੇਠ ਤਰਨ ਸਿੰਘ ਜੀ ਫੜਦੇ ਸਨ, ਇੱਕ ਹਾਰ ਮੈਂ ਫੜਦਾ ਹੁੰਦਾ ਸਾਂ ਅਤੇ ਸਤਿਗੁਰੂ ਜੀ ਨੂੰ ਸਮਰਪਿਤ ਕਰਦੇ ਹੁੰਦੇ ਸਾਂ। ਅਤੇ ਸਤਿਗੁਰੂ ਜੀ ਅਤੇ ਤਰਨ ਸਿੰਘ ਜੀ ਦੀ ਗੱਡੀ 'ਚ ਬੈਠਦੇ ਹੁੰਦੇ ਸਨ ਅਤੇ ਮਾਤਾ ਜੀ ਮੇਰੀ ਗੱਡੀ 'ਚ ਬੈਠਦੇ ਹੁੰਦੇ ਸਨ। ਇਹ ਸਿਰਫ ਬਾਹਰ VIP ਕਮਰੇ ਤੱਕ ਅਸੀਂ ਇੰਨਾ ਕੁ ਲਿਆਉਂਦੇ ਹੁੰਦੇ ਸਾਂ। ਉਸ ਤੋਂ ਬਾਅਦ ਮਤਲਬ ਮੇਰੀ ਡਿਊਟੀ ਖਤਮ ਹੋ ਜਾਂਦੀ ਸੀ, ਫਿਰ ਸਤਿਗੁਰੂ ਜੀ ਦਰਸ਼ਨ ਦਿੰਦੇ ਹੁੰਦੇ ਸਨ VIP ਰੂਮ ਦੇ ਵਿੱਚ। ਉਸ ਤੋਂ ਬਾਅਦ ਸੇਠ ਤਰਨ ਸਿੰਘ ਜੀ ਦੀ ਗੱਡੀ 'ਤੇ ਬੈਠ ਕੇ, ਉੱਧਰੋਂ ਮਾਤਾ ਜੀ ਮਹਿੰਦਰ ਸਿੰਘ ਪ੍ਰੀਤ ਜੀ ਦੀ ਗੱਡੀ 'ਤੇ ਬਹਿ ਕੇ, ਅਤੇ ਅਸੀਂ ਆਪਣੀਆਂ ਗੱਡੀਆਂ ਪਿੱਛੇ ਲਾ ਲੈਂਦੇ ਹੁੰਦੇ ਸਨ ਸਾਰੇ ਨੌਜਵਾਨ। ਇੱਕ ਬਹੁਤ ਲੰਮਾ ਜਿਹਾ ਕਬੀਲਾ ਬਣ ਜਾਂਦਾ ਹੁੰਦਾ ਸੀ ਅਤੇ ਮਤਲਬ ਕਿ ਬਹੁਤ ਆਨੰਦ ਬਣਿਆ ਹੋਇਆ ਸੀ ਨਾ। ਉਹ ਤੁਸੀਂ ਸਮਝ ਲਓ ਕਿ 90 ਤੋਂ ਲੈ ਕੇ ਇੰਨਾ ਆਨੰਦ ਬਣਿਆ ਰਿਹਾ ਨਾ। ਅਤੇ ਨੌਜਵਾਨਾਂ ਦੇ ਦਿਲ ਦੇ ਵਿੱਚ ਜੋ ਮਤਲਬ ਕਿ ਉਹ ਉਤਸ਼ਾਹ ਰਿਹਾ ਨਾ, ਉਹ ਟਾਈਮ ਫਿਰ ਵਾਪਸ नहीं होना, वो टाइम वापस
नहीं रीसां सतगुरु जगजीत सिंह दी, नहीं रीसां सतगुरु जगजीत सिंह दी। जो प्यार सतगुरु जगजीत सिंह ने दिता है ना सारे नौजवानों को, तुसी सोच सकते हो कि जिवें माँ प्यो का एक लाडला बच्चा होंदा है ना, हर एक नूं लाड कीता, कल्ले कल्ले नूं लाड कीता है ना, हर एक नूं कल्ले कल्ले नूं सोनतूआ बुला के, अपने पर्सनली बुला के सारे नूं पूरा पूरा लाड दिता है, पूरा पूरा इन्ने इन्ने लाडले रखिया होया सी ना, जिवें समझ लो तुसी वैसे भी मेरा ख्याल सतगुरु जगजीत सिंह दे बचनां च सुनदे होवोगे कि जिवें एक जिहड़ी बैंकॉक की नौजवान टीम सी, समझ लो एक लाडली फौज सी सतगुरां दी, बहुत लाडली फौज सी। हर जगह ते इंडिया मतलब कि किधरे भी लैके जाते सन, किधरे भी जाते सन, सारे नूं मतलब कि प्रटेंड होंदा सी, दिसदा सी कि मतलब कि, और कई बारी कोई सोचते भी होने कि सतगुरु जी की इन्हां दे इन्नी बख्शिश जाए नहीं। सो मच बहुत प्यार दिता सतगुरु। बाकी जिवें मैं तुहानूं कहा उन्हां दीयां गल्लां ते इन्नियां ज़्यादा हैगियां ने, इन्नियां कहानियां हैगियां ने, मैं कल्ला ही नहीं पूरा कंप्लीट कर पा रहा ना जी। तो हर एक नौजवान दे कोल 200 नौजवान सज्जिया सी उस टाइम 2 सालों दे विच। ते नौजवानों के प्रधान भी सतगुरु सच्चे पातशाह जी ने सरदार सिंह चावला नूं बनाया सी। फिर उस तो बाद साडी कमेटी सतगुरु जी जगजीत सिंह जी ने कहा सी कि तुसीं अपनी कमेटी बनानी है ते तुसीं मतलब गुरुद्वारे का सारा काम करना है। गुरुद्वारा जिथों तक मैनूं सुनने च आया 35 साल तो गुरुद्वारे के नाँ से नहीं सी हैगा, बैंक क्रूम थाई के नाँ से हैगा सी। ते मतलब कोई अड़चना करके या कोई कमेटी दियां अड़चना करके, पुरानियां कमेटियां दी अड़चना करके, उदों असीं तो बिल्कुल छोटे हुंदे होवांगे, वो गुरुद्वारा किन्ने ही 50 साल तो मतलब कि नामधारी संगत के नाँ नहीं सी लग सकता। सतगुरु सच्चे पातशाह जी ने कृपा की, सानू सारे नौजवानों नूं 15 बंदे मतलब कमेटी विच, उस कमेटी दे विच तुसीं मनोगे नहीं इन्ने मतलब कि वोट पे इन्ने लोकी मतलब वोट देने वास्ते आए। कोई दूसरी पार्टी साढ़े मतलब मुकाबले च नहीं खलोती। उस तो बाद सतगुरु सच्चे पातशाह ने कृपा की, वो कमेटी ने गुरुद्वारा साध संगत दे नाल लवाया ते ਉਹਦੇ ਵਿੱਚ मतलब सरदार सिंह चावला ते सारे ने रल मिल के बहुत भज दौड़ करके ते सतगुरु जी ने मतलब कि पूरा मतलब कि ਉਹਦੇ इन्नी फुल कृपा, हर चीज़ जिहड़ी भी चीज़ नूं मतलब कि असी करना चाहते सो आप ही हो जाती सी। असी सोचने असी काम किया पर वो नहीं, सतगुरु की कृपा नाल सारे काम होए। और उन्होंने मतलब ये सिर्फ नौजवानों, सिर्फ बैंकॉक के नौजवानों को मान देने वास्ते बहुत काम करवाए ने ते बहुत मतलब कि इस जगह ते तुसी सोचोगे भी नहीं कि मतलब कि किन्नियां कृपावां होणगियां उन्हां दी नौजवानों ते। मैं समझना ये बैंकॉक के नौजवानों के बड़े भाग हैगे ने ना, जिन्हां ने सतगुरु पर जगजीत सिंह का प्यार लिया। मैं इन्नी ही बख्शिश मांगदा। धन सतगुरु जगजीत सिंह जी, धन सतगुरु उदय सिंह जी।